ਮੋਹਾਲੀ ਦੇ 3 ਸੈਕਟਰਾਂ ਨੂੰ ਜੋੜਦਾ ਇੱਕ ਪਲਾਟ ਵਿਵਾਦ ਦੇ ਵਿੱਚ ਹੈ। ਇਲਜ਼ਾਮ ਲੱਗੇ ਕਿ ਯੂਨੀਟੈਕ ਨਾਲ ਰਲ ਮਿਲ ਕੇ ਇਸ ਪਲਾਟ ਨੂੰ ਖਰੀਦ ਲਿਆ ਗਿਆ ਕੋਡੀਆਂ ਦੇ ਪਾ ਤੇ ਹੁਣ ਇਸ ਨੂੰ ਮਹਿੰਗੇ ਪਾ ਜਿਹੜੇ ਆ ਉਹ ਮੰਗ ਰਹੇ ਨੇ। पहली गल मैं स्पष्ट करना चाहूँगा, जदों कोई खरीदो फरोख्त जमीन संबंधी होंगी है तो कोई भी धਿਰ अपने घर बैठ के कोई रजिस्ट्री नहीं करवाती। धारा 6 के तहत एक्वायर किया जाने वाला रकबा 5.7 की जगह सिर्फ 0.03 एकड़ एक्वायर किया गया। ये आसान भाषा 'ਚ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜ਼ਮੀਨ ਲਈ ਜ਼ਰੂਰ ਗਈ ਸੀ ਪਰ ਨੋਟੀਫਿਕੇਸ਼ਨ ਜ਼ਰੂਰ ਹੋਇਆ ਸੀ ਪਰ ਸਰਕਾਰ ਨੇ ਲਈ ਨਹੀਂ ਕਿਉਂਕਿ ਉਹਨਾਂ ਦਾ ਸਰ ਗਿਆ ਸੀ ਉਨੀ ਜ਼ਮੀਨ। गिल साहब इन्नी सड़क उधर भी बनी हुई है, सड़क इधर भी बनी हुई है, कला तुहाडा प्लाट का क्यों विवाद छिड़ गया? फिर इल्जाम ये लगे ने कि खेतीबाड़ी का वो दिखा के इस ते रजिस्ट्री कराई गई है कि इस ते खेतीबाड़ी जमीन नहीं हैगी। गिल साहब इन्ना कचहरी थाना क्यों हुंदा पिया जेकर सारे कागज हैगे जमीन के? ਜਿਹੜੇ ਡਾਕਟਰ ਮੇਗਾ ਸਿੰਘ ਨੇ, ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਇਸ ਗੱਲ ਤੋਂ ਮੈਂ ਗੁਰੇਜ਼ ਕਰ ਰਿਹਾ ਸੀ, ਹੀ ਇਜ਼ ਅ ਬਲੈਕਮੇਲਰ, ਜਿਨ੍ਹਾਂ ਨੂੰ ਅਸੀਂ ਡੈਫਾਮੇਸ਼ਨ ਦਾ ਹੁਣ ਨੋਟਿਸ ਵੀ ਜਾਰੀ ਕਰਨ ਲੱਗੇ ਹਾਂ ਤੇ ਐਕਸਟੋਰਸ਼ਨ ਆਫ ਮਨੀ ਔਰ ਬਲੈਕਮੇਲਿੰਗ ਦਾ ਵੀ ਨੋਟਿਸ ਜਾਰੀ ਕਰਨ ਲੱਗੇ ਹਾਂ ਕਿਉਂਕਿ ਵੱਖ-ਵੱਖ ਬੰਦਿਆਂ ਰਾਹੀਂ ਉਹ ਮੇਰੇ ਕਲਾਇੰਟ ਨੂੰ ਸੁਨੇਹੇ ਲਵਾ ਰਹੇ ਜੀ ਮੇਰੇ ਨਾਲ ਮੀਟਿੰਗ ਕਰੋ। ਨਹੀਂ ਤੁਹਾਡੇ ਕੋਲ ਹੈ ਸਬੂਤ ਕਿ ਉਹਨਾਂ ਨੇ ਬਲੈਕਮੇਲਿੰਗ ਕੀਤੀ? ਬਿਲਕੁਲ ਜੀ, ਜਦੋਂ ਉਹਨਾਂ ਨੂੰ ਕਰਾਂਗੇ ਔਰ ਅਸੀਂ ਡੈਫਾਮੇਸ਼ਨ ਪਾ ਕੇ ਉਹਨਾਂ ਨੂੰ ਕਚਹਿਰੀ 'ਚ ਬੁਲਾਵਾਂਗੇ, ਸਾਰੇ ਪੇਸ਼ ਕਰਾਂਗੇ। ਨਾ ਮੇਗਾ ਸਿੰਘ ਖਰੀਦਦਾਰ ਹੈ, ਨਾ ਮੇਗਾ ਸਿੰਘ ਜ਼ਮੀਨ ਦਾ ਮਾਲਕ ਹੈ, ਨਾ ਉਹ ਕੋਈ ਸਰਕਾਰੀ ਅਫਸਰ ਹੈ। ਅਗਲੀ ਕੀ ਕਾਰਵਾਈ ਹੈ ਇਸ ਪਲਾਟ ਨੂੰ ਲੈ ਕੇ? ਤੁਸੀਂ ਸਰਕਾਰ ਕੋਰਟ ਕਚਹਿਰੀ ਥਾਣਾ ਕਿਉਂ ਹੋ ਰਹੇ ਹੋ? ਬਹਿ ਕੇ ਮਸਲਾ ਨਹੀਂ ਸੁਲਝਾਇਆ ਜਾ ਸਕਦਾ ਇਸ? ਦੇਖੋ ਜੀ, ਜੇ ਹੁਣ ਸਾਡੀ ਜ਼ਮੀਨ ਤੇ ਆ ਕੇ ਕੋਈ ਕਬਜ਼ਾ ਕਰੂਗਾ ਤਾਂ ਅਸੀਂ ਤਾਂ ਕਾਨੂੰਨ ਦੀ ਪਾਲਣਾ ਕਰਨੀ ਹੈ ਤੇ ਸਾਡੇ ਕੋਲ ਰਾਹ ਕੀ ਰਹਿ ਜਾਂਦਾ ਹੈ? ਅਸੀਂ ਪੁਲਿਸ ਕੋਲ ਜਾ। ਕਬਜ਼ਾ ਤਾਂ ਕਿਸੇ ਨੇ ਨਹੀਂ ਕੀਤਾ, ਇਹ ਧੱਕੇ ਨਾਲ ਸੜਕ ਬਣਾਉਣੀ ਸ਼ੁਰੂ ਕਰਤੀ ਸੀ। ਬਣਾਉਣੀ ਸ਼ੁਰੂ ਨਹੀਂ ਸੀ ਹੋਈ, ਲਿਆ ਕੇ ਮਸ਼ੀਨਾਂ ਖੜਾਤੀਆਂ ਸੀ ਤੇ ਅਸੀਂ ਅਦਾਲਤ ਦਾ ਸਹਾਰਾ ਲਿਆ। ਤਸਵੀਰਾਂ ਵੀ ਦਿਖਾਉਣਾ ਚਾਹੂੰਗਾ ਕਿ ਆਹ ਦੇਖੋ, ਮੌਕੇ ਤੇ ਜਿਹੜੀ ਹੈ ਸਾਡੀ ਜ਼ਮੀਨ ਦੇ ਸਾਹਮਣੇ ਲਿਆ ਕੇ ਜਦੋਂ ਮਸ਼ੀਨਾਂ ਖੜਾ ਦਿੱਤੀਆਂ ਗਈਆਂ, ਇਹ ਰੋਲਰ ਚੱਲ ਪਏ ਤਾਂ ਅਸੀਂ ਆਪਣੀ ਸਾਡੇ ਜਿਹੜੇ ਪਿਲਰ ਲੱਗੇ ਹੋਏ ਸੀਗੇ ਉਹ ਟੇਢੇ ਕਰਤੇ ਗਏ ਤਾਂ ਸਾਨੂੰ ਅਦਾਲਤ ਦਾ ਜਾ ਕੇ ਸਹਾਰਾ ਲੈਣਾ ਪਿਆ। ਮੋਹਾਲੀ ਦੇ 3 ਸੈਕਟਰਾਂ ਨੂੰ ਜੋੜਦਾ ਇੱਕ ਪਲਾਟ ਵਿਵਾਦ ਦੇ ਵਿੱਚ ਹੈ। ਪਹਿਲਾ ਪੱਖ ਅਸੀਂ ਤੁਹਾਨੂੰ ਵੈਲਫੇਅਰ ਐਸੋਸੀਏਸ਼ਨ ਦਾ ਸੁਣਾਇਆ। ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਕਿ ਇੱਕ ਚੰਡੀਗੜ੍ਹ ਦੇ ਮਸ਼ਹੂਰ ਜਵੈਲਰ ਦੇ ਵੱਲੋਂ ਇਸ ਨੂੰ 2 ਨੰਬਰ ਦੇ ਨਾਲ ਕੰਪਨੀ ਨਾਲ ਖਰੀਦਿਆ ਗਿਆ। ਹੁਣ ਉਸ ਦਾ ਜਿਹੜਾ ਮੁੱਲ ਹੈ ਉਹ ਵੱਧ ਮੰਗ ਰਹੇ ਨੇ। ਕੋਡੀਆਂ ਦੇ ਪਾ ਇਸ ਜ਼ਮੀਨ ਨੂੰ ਖਰੀਦਿਆ ਗਿਆ ਔਰ ਗਮਾਡਾ ਦੇ ਵੱਲੋਂ ਨੋਟੀਫਿਕੇਸ਼ਨ ਸੜਕ ਦਾ ਜਾਰੀ ਕੀਤਾ ਗਿਆ ਸੀ। ਇਹ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਪਰ ਹੁਣ ਦੂਸਰਾ ਪੱਖ ਜਿਨ੍ਹਾਂ ਨੇ ਇਹ ਪਲਾਟ ਖਰੀਦਿਆ ਉਹਨਾਂ ਦੇ ਵਕੀਲ ਅੱਜ ਇਸ ਪਲਾਟ ਦੇ ਅੱਗੇ ਆਣ ਖੜੇ ਹੋ ਗਏ ਨੇ ਔਰ ਪ੍ਰੋ ਪੰਜਾਬ ਟੀਵੀ ਤੇ ਕਾਗਜ਼ਾਂ ਸਮੇਤ ਜਿਹੜੇ ਆ ਪ੍ਰੂਫ ਲੈ ਕੇ ਆਏ ਨੇ ਕਿ ਇਹ ਪਲਾਟ ਉਹਨਾਂ ਦਾ ਹੈ, ਉਹਨਾਂ ਦੇ ਕਲਾਇੰਟ ਦਾ ਹੈ ਔਰ ਇਸ ਦੇ ਵਿੱਚ ਕੋਈ 2 ਨੰਬਰੀ ਨਹੀਂ ਕੀਤੀ ਗਈ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਪ੍ਰਿਤਪਾਲ ਸਿੰਘ ਬਾਸੀ ਜੋ ਕਿ ਵਕੀਲ ਨੇ ਔਰ ਇਸ ਸਾਰੇ ਕੇਸ ਨੂੰ ਟੈਕਲ ਕਰ ਰਹੇ ਨੇ। ਕੋਰਟ ਦਾ ਇਸ ਪਲਾਟ ਨੂੰ ਲੈ ਕੇ ਕੀ ਕਹਿਣਾ ਕਿਉਂਕਿ 3 ਸੈਕਟਰਾਂ ਨੂੰ ਇਹ ਸੜਕ ਜੋੜਦੀ ਆ, ਵਿੱਚ ਪਲਾਟ ਪੈ ਜਾਂਦਾ ਹੈ ਔਰ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਸਭ ਤੋਂ ਪਹਿਲਾਂ ਬਾਸੀ ਸਾਹਿਬ ਤੁਹਾਡਾ ਪ੍ਰੋ ਪੰਜਾਬ ਟੀਵੀ ਤੋਂ ਸਵਾਗਤ ਕਰਦੇ ਹਾਂ। ਧੰਨਵਾਦ ਜੀ। ਇਸ ਪਲਾਟ ਨੂੰ ਲੈ ਕੇ ਖਬਰਾਂ ਜਿਸ ਤਰੀਕੇ ਨਾਲ ਤੁਸੀਂ ਵੀ ਦੇਖੀਆਂ, ਇਲਜ਼ਾਮ ਲੱਗੇ ਕਿ ਯੂਨੀਟੈਕ ਨਾਲ ਰਲ ਮਿਲ ਕੇ ਇਸ ਪਲਾਟ ਨੂੰ ਖਰੀਦ ਲਿਆ ਗਿਆ ਕੋਡੀਆਂ ਦੇ ਪਾ ਤੇ ਹੁਣ ਇਸ ਨੂੰ ਮਹਿੰਗੇ ਪਾ ਜਿਹੜੇ ਆ ਉਹ ਮੰਗ ਰਹੇ ਨੇ। ਅਸਲ 'ਚ ਇਸ ਪਲਾਟ ਦੀ ਸੱਚਾਈ ਕੀ ਹੈ? ਹੁਣ ਤੁਸੀਂ ਆਪਣਾ ਪੱਖ ਵੀ ਜ਼ਰੂਰ ਰੱਖਿਓ। ਪਲਾਟ ਕਿੰਨੇ ਕਨਾਲ ਹੈ? ਇਸ ਨੂੰ ਕਿਹੜੇ ਸੰਨ ਦੇ ਵਿੱਚ ਖਰੀਦਿਆ ਗਿਆ ਸੀ? ਇਹ ਕੁੱਲ ਰਕਬਾ 13 ਕਨਾਲ 6 ਮਰਲੇ ਹੈ ਜੀ ਔਰ ਇਹਦੇ ਵਿੱਚ ਜਿਹੜਾ ਇਹ ਇਲਜ਼ਾਮ ਲਾਏ ਜਾ ਰਹੇ ਨੇ ਡਾਕਟਰ ਮੇਗਾ ਸਿੰਘ ਵੱਲੋਂ ਕਿ ਇਹ ਦੋਨੋਂ ਧਿਰਾਂ ਨੇ ਰਲ ਕੇ ਆਪਸ 'ਚ ਕਰ ਲਿਆ। ਪਹਿਲੀ ਗੱਲ ਮੈਂ ਇਹ ਸਪਸ਼ਟ ਕਰਨਾ ਚਾਹੂੰਗਾ, ਜਦੋਂ ਕੋਈ ਖਰੀਦੋ ਫਰੋਖਤ ਜ਼ਮੀਨ ਸੰਬੰਧੀ ਹੁੰਦੀ ਹੈ ਤਾਂ ਕੋਈ ਵੀ ਧਿਰ ਆਪਣੇ ਘਰ ਬੈਠ ਕੇ ਕੋਈ ਰਜਿਸਟਰੀ ਨਹੀਂ ਕਰਾਉਂਦੀ। ਇਹਦੀ ਰਜਿਸਟਰੀ ਬਕਾਇਦਾ ਤਹਿਸੀਲਦਾਰ ਦੇ ਦਫ਼ਤਰ ਵਿੱਚ ਜਾ ਕੇ ਹੁੰਦੀ ਹੈ। ਉੱਥੇ ਨਾਲ ਜ਼ਮੀਨ ਦੀ ਫਰਦ ਲਾਈ ਜਾਂਦੀ ਹੈ। ਉਹਦੇ ਵਿੱਚ ਮਾਲਕੀ ਜਿਹੜੀ ਜਿਸ ਪਾਰਟੀ ਦੀ ਹੁੰਦੀ ਹੈ, ਜੇ ਉਹ ਖਰੀਦਦਾਰ ਪਾਰਟੀ ਹਾਜ਼ਰ ਹੈ ਤਾਂ ਹੀ ਵਸੀਕਾ ਤਸਦੀਕ ਕੀਤਾ ਜਾਂਦਾ। ਜੇ ਉੱਥੇ ਕਿਸੇ ਮਾਲਕੀ ਦਾ ਨੁਕਸ ਹੋਵੇ ਜਾਂ ਕੋਈ ਵੀ ਐਕੁਜ਼ੀਸ਼ਨ ਦਾ ਨੋਟਿਸ ਪੈਂਡਿੰਗ ਹੋਵੇ ਤਾਂ ਕਦੇ ਉਸ ਜ਼ਮੀਨ ਦੀ ਕੋਈ ਰਜਿਸਟਰੀ ਨਹੀਂ ਹੁੰਦੀ। ਹੁਣ ਇਸ ਜ਼ਮੀਨ ਸੰਬੰਧੀ ਮੈਂ ਇਹ ਦੱਸਣਾ ਚਾਹੂੰਗਾ ਕਿ ਸਾਲ 2013 ਦੇ ਵਿੱਚ ਇਸ ਜ਼ਮੀਨ ਦਾ ਪਲੱਸ ਹੋਰ ਜ਼ਮੀਨ ਦਾ ਗਮਾਡਾ ਵੱਲੋਂ ਇੱਕ ਨੋਟੀਫਿਕੇਸ਼ਨ 7/8/2013 ਨੂੰ ਦਫਾ 4 ਦਾ ਲੈਂਡ ਐਕੁਜ਼ੀਸ਼ਨ ਐਕਟ ਦਾ ਜਾਰੀ ਕੀਤਾ ਗਿਆ ਸੀ, ਜਿਹਦੇ ਵਿੱਚ ਭਾਗੋ ਮਾਜਰੇ ਪਿੰਡ ਦੀ, ਸਿਰਫ ਭਾਗੋ ਮਾਜਰੇ ਪਿੰਡ ਦੀ ਮੈਂ ਗੱਲ ਕਰ ਰਿਹਾ, 12.08 ਏਕੜ ਲੈਂਡ ਜਿਹੜੀ ਹੈ ਉਹ ਐਕਵਾਇਰ ਕੀਤੀ ਜਾਣੀ ਸੀ ਤੇ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ 5.7 ਏਕੜ ਜ਼ਮੀਨ ਭਾਗੋ ਮਾਜਰਾ ਪਿੰਡ ਦੀ ਡਿਵੈਲਪਮੈਂਟ ਵਾਸਤੇ ਲਈ ਜਾਣੀ ਸੀ। ਉਹਦੇ ਅੱਗੇ ਮੱਦੇਨਜ਼ਰ ਚੱਲਦੇ ਹੋਏ 2014 ਦੇ ਵਿੱਚ ਸੈਕਸ਼ਨ 6 ਦੀ ਨੋਟੀਫਿਕੇਸ਼ਨ ਹੋਈ। ਸੈਕਸ਼ਨ 6 ਦੀ ਨੋਟੀਫਿਕੇਸ਼ਨ ਤੋਂ ਬਾਅਦ ਅਵਾਰਡ ਨੰਬਰ 560 ਪਾਸ ਹੋਇਆ।
ਇਹ ਪਾਸ ਕੀਤਾ ਗਿਆ ਜੀ 27/11/2015 ਨੂੰ। 2 ਅਵਾਰਡ ਪਾਸ ਹੋਏ ਉਸ ਦਿਨ, ਅਵਾਰਡ ਨੰਬਰ 560 ਤੇ ਅਵਾਰਡ ਨੰਬਰ 561, ਜਿਨ੍ਹਾਂ ਦੀਆਂ ਕਾਪੀਆਂ ਮੈਂ ਤੁਹਾਨੂੰ ਦਿਖਾਊਂਗਾ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ, ਤੁਸੀਂ ਥੋੜ੍ਹਾ ਜਿਹਾ ਨੇੜੇ ਲੈ ਆਇਓ ਜੀ, ਪਿੰਡ ਭਾਗੋ ਮਾਜਰਾ ਦੀ 12.08125 ਏਕੜ ਜ਼ਮੀਨ ਇੱਕ ਅਵਾਰਡ ਦੇ ਤਹਿਤ ਜਿਹੜੀ ਹੈਗੀ ਆ ਉਹ ਇਹਨਾਂ ਨੇ ਐਕਵਾਇਰ ਕਰਨੀ ਸੀ, ਤੇ ਜਿਹੜਾ ਦੂਸਰਾ ਰਕਬਾ ਹੈਗਾ ਉਹ ਪਿੰਡ ਭਾਗੋ ਮਾਜਰਾ ਦਾ ਸੀਗਾ 5.7 ਏਕੜ। ਪਰ ਜਦੋਂ ਇਸ ਅਵਾਰਡ ਦੇ ਵਿੱਚ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਤਾਂ ਪਿੰਡ ਭਾਗੋ ਮਾਜਰਾ ਦਾ ਧਾਰਾ 6 ਦੇ ਤਹਿਤ ਐਕਵਾਇਰ ਕੀਤਾ ਜਾਣ ਵਾਲਾ ਰਕਬਾ 5.7 ਦੀ ਜਗ੍ਹਾ ਸਿਰਫ 0.03 ਏਕੜ ਐਕਵਾਇਰ ਕੀਤਾ ਗਿਆ। ਯਾਨੀ ਕਿ ਆਸਾਨ ਭਾਸ਼ਾ 'ਚ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜ਼ਮੀਨ ਲਈ ਜ਼ਰੂਰ ਗਈ ਸੀ, ਪਰ ਨੋਟੀਫਿਕੇਸ਼ਨ ਜ਼ਰੂਰ ਹੋਇਆ ਸੀ, ਪਰ ਸਰਕਾਰ ਨੇ ਲਈ ਨਹੀਂ ਕਿਉਂਕਿ ਉਹਨਾਂ ਦਾ ਸਰ ਗਿਆ ਸੀ, ਉਨੀ ਜ਼ਮੀਨ ਦਾ ਸਰ ਗਿਆ ਸੀ। ਔਰ ਜਿਹੜਾ ਦੂਸਰਾ ਅਵਾਰਡ ਹੈ 560 ਨੰਬਰ, ਉਹਦੇ ਵਿੱਚ ਪਿੰਡ ਭਾਗੋ ਮਾਜਰਾ ਦੀ ਜਿਹੜੀ 12.081 ਏਕੜ ਲੈਣੀ ਸੀ, ਉੱਥੇ ਸਿਰਫ 0.176 ਏਕੜ ਐਕਵਾਇਰ ਕੀਤੀ ਗਈ ਹੈ। ਸੋ ਸਰਕਾਰ ਵੱਲੋਂ ਜਦੋਂ ਉਹਨਾਂ ਦੀ ਲੋੜ ਬਾਕੀ ਜਗ੍ਹਾ ਤੇ ਪੂਰੀ ਹੋ ਗਈ, ਉਹਨਾਂ ਨੇ ਏਰੀਆ ਟੋਟਲ 76.1377 ਏਕੜ ਦੀ ਜਗ੍ਹਾ 32 ਏਕੜ 560 ਅਵਾਰਡ ਦੇ ਵਿੱਚ, ਔਰ ਦੂਸਰੇ ਅਵਾਰਡ ਦੇ ਵਿੱਚ ਜਿਹੜਾ ਹੈ 53.16 ਏਕੜ ਦੀ ਜਗ੍ਹਾ ਸਿਰਫ 20.93 ਏਕੜ ਜਿਹੜੀ ਹੈਗੀ ਐਕਵਾਇਰ ਕੀਤੀ ਹੈ, ਕਿਉਂਕਿ ਸਰਕਾਰ ਆਪਣੇ ਤੇ ਕੋਈ ਵਾਧੂ ਬੋਝ ਨਹੀਂ ਪਾਉਣਾ ਚਾਹੁੰਦੀ। ਡਿਵੈਲਪਮੈਂਟ ਦੇ ਕੰਮਾਂ ਲਈ ਜਿਹੜਾ ਹੈ ਜਿੰਨੀ ਕੁ ਸਰਕਾਰ ਨੂੰ ਲੋੜ ਹੁੰਦੀ ਹੈ ਉਹ ਨੋਟੀਫਿਕੇਸ਼ਨ ਜ਼ਿਆਦਾ ਏਰੀਆ ਦੀ ਕਰਦੀ ਹੈ। ਜਦੋਂ ਸਾਰੇ ਅਪਰੂਵਲਸ ਔਰ ਮੈਪਸ ਵਗੈਰਾ ਆਉਂਦੇ ਆ ਤਾਂ ਉਹਨਾਂ ਨੂੰ ਜਿੰਨੀ ਰਿਕੁਆਇਰਡ ਹੁੰਦੀ ਹੈ ਉਹ ਉਨੀ ਐਕਵਾਇਰ ਕਰਕੇ ਬਾਕੀ ਜਿਹੜੀ ਲੈਂਡ ਹੁੰਦੀ ਹੈ ਉਹ ਡੀ ਨੋਟੀਫਾਈ ਹੋ ਜਾਂਦੀ ਹੈ ਅਵਾਰਡ ਪਾਸ ਹੋਣ। ਵਕੀਲ ਸਾਹਿਬ, ਇੰਨੀ ਸੜਕ ਉਧਰ ਨੂੰ ਵੀ ਬਣੀ ਹੋਈ ਹੈ, ਸੜਕ ਇੱਧਰ ਨੂੰ ਵੀ ਬਣੀ ਹੋਈ ਹੈ, ਕੱਲਾ ਤੁਹਾਡਾ ਪਲਾਟ ਦਾ ਕਿਉਂ ਵਿਵਾਦ ਛਿੜ ਗਿਆ ਫਿਰ? ਜੇ ਤੁਸੀਂ ਦੇਖੋਗੇ ਕੱਲਾ ਪਲਾਟ ਦਾ ਸਾਡੇ ਦਾ ਵਿਵਾਦ ਨਹੀਂ ਹੈ। ਜੇ ਤੁਸੀਂ ਇਹਦੇ ਨਾਲ ਵਾਲੀ ਜਗ੍ਹਾ ਦੇਖੋਗੇ ਤਾਂ ਇਹਦੇ ਨਾਲ ਜਿੰਨੀ ਜਗ੍ਹਾ ਇਹ ਪਈ ਹੈ ਸਾਰੀ ਐਕੁਜੀਸ਼ਨ ਦੇ ਵਿੱਚ ਨੋਟੀਫਿਕੇਸ਼ਨ ਚਾਹੀ ਸੀ, ਪਰ ਉਹਨਾਂ ਨੇ ਛੱਡਤੀ ਹੈ। ਇਹਨੂੰ ਸਰਕਾਰ ਨੇ ਜੇ ਨਹੀਂ ਐਕਵਾਇਰ ਕੀਤਾ ਤਾਂ ਇਹਦਾ ਜਵਾਬ ਤੁਸੀਂ ਸਰਕਾਰੀ ਉਹਨਾਂ ਤੋਂ ਮੰਗਿਆ ਜਾ ਸਕਦਾ ਹੈ। ਹੁਣ ਜਿਵੇਂ ਡਾਕਟਰ ਮੇਗਾ ਸਿੰਘ ਨੇ ਕਿਹਾ ਕਿ ਮੈਂ ਜਿਹੜੀ ਉਹ ਇੰਟਰਵਿਊ ਤੁਹਾਡੀ ਪਹਿਲਾਂ ਸੁਣੀ ਹੈ, ਜਿਹਦੇ ਵਿੱਚ ਉਹਨਾਂ ਨੇ ਦੋਸ਼ ਲਾਏ ਕਿ ਜੀ ਸੀਏ ਵੱਲੋਂ ਇੱਕ ਕੰਪਲੇਂਟ ਜਾਰੀ ਕੀਤੀ ਗਈ, ਐਸਐਸਪੀ ਆਫਿਸ ਨੂੰ ਭੇਜੀ ਗਈ, ਪਰ ਕੋਈ ਸੁਣਵਾਈ ਨਹੀਂ, ਕੋਈ ਮੇਰੇ ਕਲਾਇੰਟ ਦਾ ਅਸਰ ਰਸੂਖ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਤੁਸੀਂ ਮੇਗਾ ਸਿੰਘ ਜੀ ਨੂੰ ਇਹ ਪੁੱਛਿਓ ਕਿ ਕੀ ਉਹਨਾਂ ਨੇ ਜਾ ਕੇ ਐਸਐਸਪੀ ਆਫਿਸ ਇਹ ਦਰਿਆਫਤ ਕੀਤਾ ਜਿਹਦੇ ਵਿੱਚ ਗਮਾਡਾ ਦੇ ਸਾਰੇ ਅਫੀਸ਼ੀਅਲਸ ਤੋਂ ਸਾਰੇ ਡਾਕੂਮੈਂਟ ਔਨ ਰਿਕਾਰਡ ਲਏ ਗਏ ਆ। ਅਫੀਸ਼ੀਅਲ ਦੇ ਸਣੇ ਸੀਏ ਦੇ ਆਫਿਸ 'ਚੋਂ ਜਿਹੜੇ ਕੰਸਰਨਡ ਬੰਦੇ ਸੀ ਉਹਨਾਂ ਦਾ ਬਿਆਨ ਦਰਜ ਕਰਕੇ ਸਾਰੀ ਇਨਕੁਆਇਰੀ ਕਰਕੇ ਉਹ ਕਲੋਜ਼ਰ ਰਿਪੋਰਟ ਦੀ ਕਾਪੀ ਇਹਨਾਂ ਨੇ ਲਈ, ਜਾਂ ਇਹਨਾਂ ਨੇ ਜਾਣਬੁੱਝ ਕੇ ਉਹ ਕਾਪੀ ਤੁਹਾਨੂੰ ਨਾ ਦੇ ਕੇ ਇਕੱਲੀ ਦਰਖਾਸਤ ਦਾ ਵੇਰਵਾ ਦਿੱਤਾ। ਤੁਸੀਂ ਅੱਗੇ ਕੀ ਕਦਮ ਚੁੱਕਿਆ ਇਸ ਜ਼ਮੀਨ ਲੈ ਕੇ? ਜਦੋਂ ਰੌਲਾ ਪਿਆ ਤੁਸੀਂ ਕੋਰਟ ਦੇ ਵਿੱਚ ਗਏ, ਕੋਰਟ ਦੇ ਵਿੱਚ ਤੁਸੀਂ ਆਪਣਾ ਪੱਖ ਕੀ ਰੱਖਿਆ ਜ਼ਮੀਨ ਨੂੰ ਲੈ ਕੇ? ਜਦੋਂ ਇੱਥੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਉਸ ਟਾਈਮ ਤੇ ਸਾਨੂੰ ਗਮਾਡਾ ਦੇ ਕੁਝ ਅਫੀਸ਼ੀਅਲਸ ਨੇ ਕਿਹਾ ਕਿ ਅਸੀਂ ਇਹ ਤੁਹਾਡੀ ਜ਼ਮੀਨ ਅਸੀਂ ਕਬਜ਼ਾ ਕਰਨ ਲੱਗੇ ਹਾਂ। ਜਦੋਂ ਅਸੀਂ ਉਹਨਾਂ ਨੂੰ ਆਪਣੀ ਰਜਿਸਟਰੀ ਦਿਖਾਈ ਉਹ ਇਸ ਗੱਲ ਲਈ ਸਹਿਮਤ ਹੋ ਗਏ ਕਿ ਠੀਕ ਹੈ ਜੀ, ਜੇ ਤੁਹਾਨੂੰ ਕੋਈ ਇਹੀ ਜਿਹੀ ਗੱਲ ਹੈ ਤਾਂ ਆਪਣਾ ਪੱਖ ਸੀਏ ਨੂੰ ਦਿਓ। ਅਸੀਂ ਉਸ ਦੇ ਮੁਤਲਕ ਇੱਕ ਰਿਪਰੈਜ਼ੈਂਟੇਸ਼ਨ ਬਣਾ ਕੇ ਸੀਏ ਸਾਹਿਬ ਦੇ ਆਫਿਸ ਦਿੱਤੀ, ਜਿਹਦੇ ਤੇ ਸਾਡਾ ਕੋਈ ਪੱਖ ਸਰਕਾਰ ਵੱਲੋਂ ਨਹੀਂ ਸੁਣਿਆ ਗਿਆ ਤਾਂ ਅਸੀਂ ਮਾਣਯੋਗ ਅਦਾਲਤ ਮੋਹਾਲੀ ਵਿੱਚ ਇੱਕ ਸਟੇ ਦਾ ਦਾਅਵਾ ਦਾਇਰ ਕੀਤਾ ਹੋਇਆ, ਜਿਸ ਦੇ ਵਿੱਚ ਅਸੀਂ ਸਰਕਾਰ ਨੂੰ ਪਾਰਟੀ ਬਣਾਇਆ ਹੋਇਆ। ਇਹਦੇ ਵਿੱਚ ਲੈਂਡ ਐਕੁਜੀਸ਼ਨ ਕਲੈਕਟਰ ਨੂੰ ਵੀ ਪਾਰਟੀ ਬਣਾਇਆ ਹੋਇਆ, ਸੀਏ ਗਮਾਡਾ ਨੂੰ ਵੀ ਪਾਰਟੀ ਬਣਾਇਆ ਹੋਇਆ। ਇਸ ਦਾਅਵੇ ਦੇ ਵਿੱਚ ਜਿਹੜਾ ਹੈ ਸਰਕਾਰ ਦੇ ਆਧਾਰ ਤੇ ਇੱਕ ਆਰਡਰ 7 ਰੂਲ 11 ਰੈਡ ਵਿਦ ਸੈਕਸ਼ਨ 9 CPC ਦੀ ਦਰਖਾਸਤ ਦਾਇਰ ਕੀਤੀ ਗਈ ਕਿ ਇਹ ਜਿਹੜਾ ਦਾਅਵਾ ਸਰਾਫ ਜੁਐਲਰ ਵੱਲੋਂ ਤੁਸੀਂ ਪੜ੍ਹ ਸਕਦੇ ਹੋ, ਸਰਾਫ ਜੁਐਲਰ ਵਰਸਸ ਗਵਰਨਮੈਂਟ ਆਫ ਪੰਜਾਬ, ਜਿਹੜਾ ਇਹ ਦਾਇਰ ਕੀਤਾ ਗਿਆ ਕਿ ਇਸ ਨੂੰ ਖਾਰਜ ਕੀਤਾ ਜਾਵੇ, ਇਹ ਚੱਲਣਯੋਗ ਨਹੀਂ ਹੈ। ਇਸ ਦਰਖਾਸਤ ਦੇ ਉੱਤੇ ਜਦੋਂ ਅਸੀਂ ਆਪਣਾ ਜਵਾਬ ਅਦਾਲਤ ਦੇ ਵਿੱਚ ਦਾਇਰ ਕੀਤਾ, ਉਹਦੇ ਤੇ ਬਹੁਤ ਲੰਬੀ ਬਹਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ 28/4/2023 ਨੂੰ ਜਿਹੜੀ ਇਹ ਦਰਖਾਸਤ ਸਰਕਾਰ ਵੱਲੋਂ ਦਾਇਰ ਕੀਤੀ ਗਈ ਸੀ ਉਹਨੂੰ ਖਾਰਜ ਕਰ ਦਿੱਤਾ ਕਿ ਇਹ ਕੇਸ ਚੱਲਣਯੋਗ ਵੀ ਹੈ ਤੇ ਸਾਡਾ ਜਿਹੜਾ ਪੱਖ ਹੈ ਉਹਨੂੰ ਸੁਣਿਆ ਵੀ ਜਾਏਗਾ। ਤੇ ਕੰਪਨੀ ਨਾਲ ਜਿਹੜੇ ਸਵਾਲ ਚੁੱਕੇ ਜਾ ਰਹੇ, ਕੰਪਨੀ ਨਾਲ ਰਲ ਮਿਲ ਕੇ ਇਹ ਕੀਤਾ ਗਿਆ ਕਿਉਂਕਿ ਯੂਨੀਟੈਕ ਨੂੰ ਕਿਹਾ ਗਿਆ ਸੀ ਕਿ ਇਸ ਜ਼ਮੀਨ ਨੂੰ ਫ੍ਰੀ ਕਰ ਦਿਓ। ਗਮਾਡਾ ਨੇ ਇਹ ਜ਼ਮੀਨ ਮੰਗੀ ਸੀਗੀ ਉਹਨਾਂ ਤੋਂ, ਪਰ ਕੰਪਨੀ ਨੇ ਕੀ ਕੀਤਾ, ਜਿਹੜੇ ਤੁਹਾਡੇ ਕਲਾਇੰਟ ਹੈ ਉਹਨਾਂ ਨੂੰ ਜ਼ਮੀਨ ਵੇਚ ਦਿੱਤੀ ਔਰ ਉਹਨਾਂ ਨਾਲ ਇਹ ਰਲ ਕੇ ਗੱਲ ਕਰ ਲਈ ਕਿ ਆਪਾਂ ਇਹ ਗਮਾਡਾ ਨੇ ਜ਼ਮੀਨ ਲੈਣੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਮਹਿੰਗੇ ਭਾਅ ਵੇਚਾਂਗੇ। ਤੁਸੀਂ ਕੋਈ ਚਿੱਠੀ ਜਿਹੜੀ ਕੋਈ ਯੂਨੀਟੈਕ ਨੂੰ ਦਿੱਤੀ ਗਈ ਹੋਵੇ ਉਹ ਚਿੱਠੀ ਸਾਨੂੰ ਪੇਸ਼ ਕਰ ਦਿਓ। 2015 'ਚ ਅਵਾਰਡ ਪਾਸ ਹੁੰਦਾ, 2019 'ਚ ਸਾਡੀ ਰਜਿਸਟਰੀ ਹੁੰਦੀ ਹੈ। ਜਿਹੜੀ ਗੱਲ ਮੈਂ ਜਿੱਥੋਂ ਸਟਾਰਟ ਕੀਤੀ ਸੀ ਕਿ ਕੋਈ ਰਜਿਸਟਰੀ ਅਸੀਂ ਘਰ ਬੈਠ ਕੇ ਨਹੀਂ ਬਣਾਈ, ਅਵਾਰਡ ਪਾਸ ਹੋਣ ਤੋਂ 4 ਸਾਲ ਦੇ ਅਰਸੇ ਬੀਤਣ ਤੋਂ ਬਾਅਦ ਅਸੀਂ ਇਹ ਜ਼ਮੀਨ ਖਰੀਦ ਕੀਤੀ ਹੈ ਜਿਸ ਤੇ ਯੂਨੀਟੈਕ ਦੀ ਮਾਲਕੀ ਸੀ। ਕਿਸੇ ਅਦਾਰੇ ਵੱਲੋਂ ਕੋਈ ਇਹੀ ਜਿਹੀ ਚਿੱਠੀ ਹੁੰਦੀ ਤਾਂ ਤਹਿਸੀਲਦਾਰ ਸਾਹਿਬ ਵੱਲੋਂ ਕਦੇ ਵੀ ਇਹ ਰਜਿਸਟਰੀ ਤਸਦੀਕ ਨਹੀਂ ਕੀਤੀ ਜਾਣੀ ਸੀ। ਦੂਸਰੀ ਗੱਲ ਹੈ ਕਿ ਸਾਡਾ ਇਹ ਰਕਬਾ ਆਪਣਾ ਤਕਸੀਮ ਕਰਾਇਆ ਹੋਇਆ 13 ਕਨਾਲ 6 ਮਰਲੇ, ਸਾਡੀ ਕਿਸੇ ਨਾਲ ਕੋਈ ਭਾਈਵਾਲੀ ਕੋਈ ਸਾਂਝ ਨਹੀਂ ਹੈ। ਸਾਡਾ 13 ਕਨਾਲ 6 ਮਰਲੇ ਦਾ ਜਿਹੜਾ ਹੈ ਸਾਲਮ ਨੰਬਰ
ਸਰਾਫ ਜੁਐਲਰ ਦੇ ਨਾਮ ਤੇ ਬੋਲਦਾ ਹੈ ਜਿਹੜਾ ਰੈਵਨਿਊ ਰਿਕਾਰਡ ਦੇ ਵਿੱਚ ਹੈ, ਜਿਹਦੇ 'ਚ ਕਿਸੇ ਦਾ ਕੋਈ ਦਖਲ ਨਹੀਂ ਹੈ। ਦੂਸਰੀ ਗੱਲ ਅਸੀਂ ਅਦਾਲਤ ਦੇ ਵਿੱਚ ਇਹ ਵੀ ਕਹੀ ਹੈ ਕਿ ਜੇ ਫਿਰ ਵੀ ਸਰਕਾਰ ਨੂੰ ਪਬਲਿਕ ਵੈਲਫੇਅਰ ਲਈ ਰੋਡ ਨੂੰ ਬਣਾਉਣ ਲਈ ਇਹ ਜ਼ਮੀਨ ਦੀ ਲੋੜ ਹੈ ਤਾਂ ਅਸੀਂ ਦੇਣ ਨੂੰ ਤਿਆਰ ਹਾਂ। ਜੋ ਲੈਂਡ ਪੂਲਿੰਗ ਸਕੀਮ ਗਮਾਡਾ ਵੱਲੋਂ ਸਾਲ 2013 ਦੇ ਵਿੱਚ ਜਾਰੀ ਕੀਤੀ ਗਈ ਸੀ, ਜਿਹਦੇ ਤਹਿਤ ਮੋਹਾਲੀ ਦੇ ਬਹੁਤ ਸਾਰੇ ਸੈਕਟਰਾਂ ਦੇ ਵਿੱਚ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ। ਜੇ ਸਰਕਾਰ ਕੋਲ ਪੈਸਾ ਨਹੀਂ ਹੈ, ਉਹ ਕੀ ਕਰਦੀ ਹੈ, ਜ਼ਿਮੀਂਦਾਰਾਂ ਦੀ ਜ਼ਮੀਨ ਲੈਂਦੀ ਹੈ, ਉਹਦੇ ਏਵਜ਼ 'ਚ ਉਹਨਾਂ ਨੂੰ ਪਲਾਟ ਜਿਹੜੇ ਆ। ਇਲਜ਼ਾਮ ਇਹ ਲੱਗੇ ਨੇ ਕਿ ਖੇਤੀਬਾੜੀ ਦਾ ਉਹ ਦਿਖਾ ਕੇ ਇਸ ਤੇ ਰਜਿਸਟਰੀ ਕਰਾਈ ਗਈ ਆ ਕਿ ਇਸ ਤੇ ਖੇਤੀਬਾੜੀ ਜ਼ਮੀਨ ਨਹੀਂ ਹੈਗੀ। ਇਹ ਕਿਹਾ ਇਹ ਇਲਜ਼ਾਮ ਲਾਇਆ। ਇਹਦਾ ਜੇ ਤੁਸੀਂ ਪੁਰਾਣਾ ਰੈਵਨਿਊ ਰਿਕਾਰਡ ਚੱਕ ਕੇ ਦੇਖੋਗੇ, ਐਗਰੀਕਲਚਰਲ ਲੈਂਡ ਹੈ। ਇਸ ਜ਼ਮੀਨ ਦਾ ਕਿਤੇ ਕੋਈ CLU ਦੀ ਲੈਟਰ ਸਾਡੇ ਨੰਬਰਾਂ ਦੀ ਲਿਆ ਦਿਓ। ਜੇ ਕਿਸੇ ਨੇ ਆਪਣੇ ਹਿੱਸੇ ਦੀ CLU ਕਰਾਈ ਹੈ ਤਾਂ ਉਹਨੇ ਜ਼ਰੂਰ ਕਰਾਈ ਹੋਊਗੀ, ਪਰ ਸਰਾਫ ਜੁਐਲਰ ਵੱਲੋਂ ਅੱਜ ਤੱਕ ਕਦੇ ਨਾ ਕੋਈ CLU ਅਪਲਾਈ ਕੀਤਾ ਗਿਆ ਤੇ ਨਾ ਇਹ ਜ਼ਮੀਨ ਦੀ ਹਲੇ ਤੱਕ ਕੋਈ ਅਸੀਂ CLU ਕਰਵਾਈ ਹੈ। ਵਕੀਲ ਸਾਹਿਬ, ਇੰਨਾ ਕਚਹਿਰੀ ਥਾਣਾ ਕਿਉਂ ਹੁੰਦਾ ਪਿਆ ਜੇਕਰ ਸਾਰੇ ਕਾਗਜ਼ ਹੈਗੇ ਆ ਜ਼ਮੀਨ ਦੇ? ਗੱਲ ਇਹ ਹੈ ਜੀ, ਜਿਹੜੇ ਡਾਕਟਰ ਮੇਗਾ ਸਿੰਘ ਨੇ, ਮੈਂ ਕਹਿਣਾ ਨਹੀਂ ਸੀ ਚਾਹੁੰਦਾ ਇਸ ਗੱਲ ਤੋਂ, ਮੈਂ ਗੁਰੇਜ਼ ਕਰ ਰਿਹਾ ਸੀ, ਹੀ ਇਜ਼ ਅ ਬਲੈਕਮੇਲਰ, ਜਿਨ੍ਹਾਂ ਨੂੰ ਅਸੀਂ ਡੈਫਾਮੇਸ਼ਨ ਦਾ ਹੁਣ ਨੋਟਿਸ ਵੀ ਜਾਰੀ ਕਰਨ ਲੱਗੇ ਹਾਂ ਤੇ ਐਕਸਟੋਰਸ਼ਨ ਆਫ ਮਨੀ ਔਰ ਬਲੈਕਮੇਲਿੰਗ ਦਾ ਵੀ ਨੋਟਿਸ ਜਾਰੀ ਕਰਨ ਲੱਗੇ ਹਾਂ, ਕਿਉਂਕਿ ਵੱਖ-ਵੱਖ ਬੰਦਿਆਂ ਰਾਹੀਂ ਉਹ ਮੇਰੇ ਕਲਾਇੰਟ ਨੂੰ ਸੁਨੇਹੇ ਲਵਾ ਰਹੇ ਜੀ ਮੇਰੇ ਨਾਲ ਮੀਟਿੰਗ ਕਰੋ। ਨਹੀਂ, ਤੁਹਾਡੇ ਕੋਲ ਹੈ ਸਬੂਤ ਕਿ ਉਹਨਾਂ ਨੇ ਬਲੈਕਮੇਲਿੰਗ ਕੀਤੀ? ਬਿਲਕੁਲ ਜੀ, ਜਦੋਂ ਉਹਨਾਂ ਨੂੰ ਕਰਾਂਗੇ ਔਰ ਅਸੀਂ ਡੈਫਾਮੇਸ਼ਨ ਪਾ ਕੇ ਉਹਨਾਂ ਨੂੰ ਕਚਹਿਰੀ 'ਚ ਬੁਲਾਵਾਂਗੇ, ਸਾਰੇ ਸਬੂਤ ਵੀ ਪੇਸ਼ ਕਰਾਂਗੇ ਜਿੱਥੇ ਉਹਨਾਂ ਨੇ ਮੀਟਿੰਗਾਂ ਕਰਾਉਣ ਲਈ ਜਿਹੜੇ ਬੰਦਿਆਂ ਨੂੰ ਕਿਹਾ ਕਿ ਮੇਰੀ ਜੀ ਸਰਾਫ ਜੁਐਲਰ ਦੇ ਮਾਲਕ ਨਾਲ ਮੀਟਿੰਗ ਕਰਾਈ ਜਾਵੇ, ਮੈਂ ਬੈਠ ਕੇ, ਮੈਨੂੰ ਕੋਈ ਦੁਸ਼ਮਣੀ ਨਹੀਂ, ਮੈਂ ਬੈਠ ਕੇ ਨਿਬੇੜਨ ਨੂੰ ਤਿਆਰ ਹੈ। ਨਾ ਮੇਗਾ ਸਿੰਘ ਖਰੀਦਦਾਰ ਹੈ, ਨਾ ਮੇਗਾ ਸਿੰਘ ਜ਼ਮੀਨ ਦਾ ਮਾਲਕ ਹੈ, ਨਾ ਉਹ ਕੋਈ ਸਰਕਾਰੀ ਅਫਸਰ ਹੈ। ਸਿਰਫ ਇੱਕ ਚੈਨਲ ਦੇ ਰਾਹੀਂ, ਉਹ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਹੈ ਲੋਕਾਂ 'ਚ ਆਪਣੀ ਆਵਾਜ਼ ਗਲਤ ਤਰੀਕੇ ਨਾਲ ਪੇਸ਼ ਕਰਕੇ ਮੇਰੇ ਕਲਾਇੰਟ ਨੂੰ ਡੀਫੇਮ ਕਰਦਾ ਹੋਇਆ ਸੁਸਾਇਟੀ 'ਚ, ਜਿਨ੍ਹਾਂ ਦਾ ਇੱਕ ਰੁਤਬਾ ਹੈ, ਜਿਹੜੇ ਮੋਹਾਲੀ ਦੇ ਕਈ ਪ੍ਰੋਜੈਕਟਾਂ ਤੇ ਵੀ ਕੰਮ ਕਰਦੇ ਨੇ, ਕਿ ਉਹਨਾਂ ਦਾ ਵੱਡਾ ਨਾਮ ਹੈ ਸ਼ਹਿਰ ਦੇ ਵਿੱਚ, ਆਪਣੇ ਕਾਰੋਬਾਰ ਦੇ ਵਿੱਚ। ਹਰ ਬੰਦੇ ਨੂੰ ਕਨਸਟੀਟਿਊਸ਼ਨ ਇੰਡੀਆ ਦਾ ਰਾਈਟ ਦਿੰਦਾ ਕਿ ਉਹ ਆਪਣਾ ਕੰਮ ਕਰ ਸਕੇ, ਆਪਣਾ ਰੋਟੀ ਰੋਜ਼ੀ ਦਾ ਉਹ ਕਰ ਸਕੇ। ਜਿਹੜੇ ਉਹਦੇ ਕੋਲ ਮੁਲਾਜ਼ਮ ਕੰਮ ਕਰ ਰਹੇ ਆ ਉਹਨਾਂ ਨੂੰ ਇੰਪਲੋਇਮੈਂਟ ਦੇ ਸਕੇ, ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੇ ਖਰਚੇ ਬੀਅਰ ਕਰ ਸਕੇ। ਸੋ ਜੇ ਇੱਕੋ ਆਪਣੇ ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦੇ ਹੋਏ ਆਪਣਾ ਕਾਰੋਬਾਰ ਕਰ ਰਹੇ ਨੇ ਔਰ ਕੋਈ ਇੱਕ ਵਿਹਲਾ ਆਦਮੀ ਜਿਹਨੂੰ ਲੱਗ ਰਿਹਾ ਕਿ ਮੇਰਾ ਕਮਾਈ ਦਾ ਸੋਰਸ ਬਣ ਸਕਦਾ ਹੈ। ਮੇਗਾ ਸਿੰਘ ਤੋਂ ਇਲਜ਼ਾਮ ਲਾਤੇ, ਫਿਰ ਗਮਾਡਾ ਜਿਹੜੀ ਇਸ ਜ਼ਮੀਨ ਨੂੰ ਲੈ ਕੇ ਕੇਸ ਕਰਨ ਨੂੰ ਜਿਹੜੀ ਆ ਉਹ ਕਹਿ ਰਹੀ ਹੈ, ਪ੍ਰਸ਼ਾਸਨ ਨੂੰ ਕਹਿ ਰਹੀ ਹੈ ਕਿ ਇਸ ਤੇ ਕੇਸ ਕਰੋ, ਫਿਰ ਗਮਾਡਾ ਦਾ ਕੀ ਰੋਲ ਹੈ? ਗਮਾਡਾ ਵੱਲੋਂ ਹਲੇ ਤੱਕ ਸਾਨੂੰ ਕੋਈ ਇਹੋ ਜਿਹੀ ਚਿੱਠੀ ਨਹੀਂ ਮਿਲੀ ਹੈ। ਜਿਹੜਾ CA ਦੀ ਕੰਪਲੇਂਟ ਦੀ ਗੱਲ ਮੇਗਾ ਸਿੰਘ ਨੇ ਕੀਤੀ ਹੈ, ਉਹ CA ਸਾਹਿਬ ਵੱਲੋਂ ਕੀਤੀ ਗਈ ਸੀ, ਕਿਉਂਕਿ ਬਾਰ-ਬਾਰ ਜਾ ਕੇ ਇਹਨਾਂ ਨੇ ਵੱਖ-ਵੱਖ ਅਦਾਰਿਆਂ ਕੋਲ ਚਿੱਠੀਆਂ ਦਿੱਤੀਆਂ, ਜਿਹਦੇ ਆਧਾਰ ਤੇ ਉਹਨਾਂ ਨੇ ਇਹਨਾਂ ਦੀ ਜਿਹੜੀ ਕੰਪਲੇਂਟ ਸੀ ਉਹਨੂੰ ਫਾਰਵਰਡ ਕੀਤਾ SSP ਮੋਹਾਲੀ ਨੂੰ, ਜਿਹਦੇ ਤੇ ਬਕਾਇਦਾ ਇਨਕੁਆਰੀ ਹੋ ਕੇ ਬਹੁਤ ਸਮੇਂ ਤੱਕ ਉਹ ਇਨਕੁਆਰੀ ਕਈ ਮਹੀਨਿਆਂ ਤੱਕ ਚੱਲਦੀ ਰਹੀ ਔਰ ਸਾਰੇ ਅਫਸਰਾਂ ਦਾ ਜਿਹੜਾ ਹੈਗਾ ਪੱਖ ਉਹਨਾਂ ਨੇ ਲਿਖ ਕੇ, ਸਾਰੇ ਡਾਕੂਮੈਂਟ ਦੇਖ ਕੇ ਉਸ ਰਿਪੋਰਟ 'ਚ ਉਹਨਾਂ ਨੇ ਆਪਣੀ ਇਨਕੁਆਰੀ ਰਿਪੋਰਟ ਦੇ ਵਿੱਚ ਹੋਲਡ ਕੀਤਾ ਕਿ ਇੱਦਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਮਿਲੀ ਭਗਤ ਸਾਹਮਣੇ ਨਹੀਂ ਆਈ ਹੈ। ਇਹ ਸਾਫ਼ ਸੁਥਰੀ ਜ਼ਮੀਨ ਹੈ, ਜਿਹਦੀ ਕਿ ਰਜਿਸਟਰੀ ਤਹਿਸੀਲਦਾਰ ਸਾਹਿਬ ਨੇ ਦਸਤਾਵੇਜ਼ਾਂ ਨੂੰ ਸਹੀ ਤਰੀਕੇ ਨਾਲ ਵੈਰੀਫਾਈ ਕਰਨ ਤੋਂ ਬਾਅਦ ਹੀ ਮੇਰੇ ਕਲਾਇੰਟਸ ਦੇ ਨਾਮ ਤੇ ਕੀਤੀ। ਅਗਲੀ ਕੀ ਕਾਰਵਾਈ ਹੈ ਇਸ ਪਲਾਟ ਨੂੰ ਲੈ ਕੇ? ਤੁਸੀਂ ਸਰਕਾਰ, ਕੋਰਟ ਕਚਹਿਰੀ, ਥਾਣਾ ਕਿਉਂ ਹੋ ਰਹੇ ਹੋ? ਬਹਿ ਕੇ ਮਸਲਾ ਨਹੀਂ ਸੁਲਝਾਇਆ ਜਾ ਸਕਦਾ ਇਸ ਦਾ? ਦੇਖੋ ਜੀ, ਜੇ ਹੁਣ ਸਾਡੀ ਜ਼ਮੀਨ ਤੇ ਆ ਕੇ ਕੋਈ ਕਬਜ਼ਾ ਕਰੂਗਾ ਤਾਂ ਅਸੀਂ ਤਾਂ ਕਾਨੂੰਨ ਦੀ ਪਾਲਣਾ ਕਰਨੀ ਹੈ ਤੇ ਸਾਡੇ ਕੋਲ ਰਾਹ ਕੀ ਰਹਿ ਜਾਂਦਾ ਹੈ? ਅਸੀਂ ਪੁਲਿਸ ਕੋਲ ਕਬਜ਼ਾ ਤਾਂ ਕਿਸੇ ਨੇ ਨਹੀਂ ਕੀਤਾ। ਜਦੋਂ ਇੱਥੇ ਸੜਕ ਬਣਨ ਦਾ ਕੰਮ ਸ਼ੁਰੂ ਹੋਇਆ ਸੀਗਾ, ਉਸ ਟਾਈਮ ਲਿਆ ਕੇ JCB ਮਸ਼ੀਨਾਂ ਖੜਾਈਆਂ ਗਈਆਂ ਸੀ, ਜਿਨ੍ਹਾਂ ਦੀਆਂ ਅਸੀਂ ਫੋਟੋ ਖਿੱਚ ਕੇ ਉਸ ਟਾਈਮ ਕੇਸ ਦੇ ਵਿੱਚ ਲਗਾਈਆਂ, ਜਿਸ ਤੋਂ ਬਾਅਦ ਜਾ ਕੇ ਗਮਾਡਾ ਨੇ ਇਸ ਜਗ੍ਹਾ ਨੂੰ ਜਿਹੜਾ ਹੈ ਕਬਜ਼ਾ ਕਰਨ ਤੋਂ ਰੁਕੇ ਨੇ। ਅਸੀਂ ਉਹ ਫੋਟੋ ਕਿ ਧੱਕੇ ਨਾਲ ਸੜਕ ਬਣਾਉਣੀ ਸ਼ੁਰੂ ਕਰਤੀ ਸੀ? ਬਣਾਉਣੀ ਸ਼ੁਰੂ ਨਹੀਂ ਸੀ ਹੋਈ, ਲਿਆ ਕੇ ਮਸ਼ੀਨਾਂ ਖੜਾਤੀਆਂ ਸੀ ਤੇ ਅਸੀਂ ਅਦਾਲਤ ਦਾ ਸਹਾਰਾ ਲਿਆ ਤੇ ਇਸ ਦੇਸ਼ ਦੇ ਕਾਨੂੰਨ ਤੇ ਭਰੋਸਾ ਰੱਖਦੇ ਹੋਏ ਸਾਰਾ ਕੰਮ ਜਿਹੜਾ ਹੈ ਫਿਰ ਅਸੀਂ ਉਹਨਾਂ ਨੂੰ ਦੱਸਿਆ। ਉਹਨਾਂ ਨੂੰ ਜਦੋਂ ਨੋਟਿਸ ਗਿਆ ਕੋਰਟ ਵੱਲੋਂ ਗਮਾਡਾ ਨੂੰ ਤੇ ਉਹਨਾਂ ਦੇ ਬੰਦਿਆਂ ਨੂੰ, ਤਾਂ ਉਹਨਾਂ ਨੇ ਇਹ ਜਿਹੜਾ ਹੈ ਕੰਮ ਸਾਰਾ ਬੰਦ ਕੀਤਾ। ਚਲੋ ਕੋਈ ਨਾ, ਤਸਵੀਰ ਅਸੀਂ ਬਾਅਦ 'ਚ ਤੁਹਾਡੇ ਕੋਲ ਲੈ ਲਾਂਗੇ। ਚਲੋ ਤਸਵੀਰ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ। ਹਾਂਜੀ, ਪਰ ਹੁਣ ਇਲਜ਼ਾਮ ਜਿਹੜੇ ਲੱਗ ਰਹੇ ਨੇ ਕਿ ਇਸ ਜ਼ਮੀਨ ਨੂੰ ਕਿਉਂ ਨਹੀਂ ਤੁਸੀਂ ਡਿਵੈਲਪਮੈਂਟ ਨੂੰ ਲੈ ਕੇ ਦੇ ਰਹੇ ਹੋ, ਕਿ ਇਲਜ਼ਾਮ ਇਹ ਹੈ ਕਿ ਕੋਡੀਆਂ ਦੇ ਭਾਅ ਖਰੀਦੀ ਤਾਂ ਮੁੱਲ ਜ਼ਿਆਦਾ ਮੰਗ ਰਹੇ ਆ। ਇਹ ਮਸਲਾ ਜਿਹੜਾ ਸਰ, ਉਸ ਟਾਈਮ ਤੇ ਜਦੋਂ ਇਹ ਜ਼ਮੀਨ ਖਰੀਦ ਕੀਤੀ ਗਈ ਹੈ, ਉਸ ਟਾਈਮ ਵੀ ਇਹਦੀ ਜੋ ਬਾਜ਼ਾਰੀ ਕੀਮਤ ਸੀ ਜਾਂ ਕਲੈਕਟਰ ਰੇਟ ਸੀਗਾ, ਉਸ ਤੋਂ ਜ਼ਿਆਦਾ ਦੀ ਸਾਡੀ ਰਜਿਸਟਰੀ ਹੋਈ ਹੈ। ਇਹਨਾਂ ਦੇ ਬਾਰ-ਬਾਰ ਦਰਖਾਸਤਾਂ ਦੇਣ ਦੇ ਉੱਪਰ ਵੱਖ-ਵੱਖ ਅਦਾਰਿਆਂ ਵੱਲੋਂ ਜਿਹੜੇ ਵੀ ਨੋਟਿਸ ਸਾਨੂੰ ਜੇ ਕਦੇ ਜਾਰੀ ਕੀਤੇ ਗਏ ਨੇ, ਜਿਵੇਂ ਉਹਨਾਂ ਨੇ ਸਟੈਂਪ ਐਕਟ ਦੀ ਗੱਲ ਕਰੀ ਵੀ 48 ਲੱਖ ਰੁਪਏ ਦੇ ਸਟੈਂਪ ਦੀ ਚੋਰੀ ਹੈ, ਉਹਦਾ ਵੀ ਅਸੀਂ ਬਕਾਇਦਾ ਉੱਥੇ DC ਸਾਹਿਬ ਨੂੰ, ਕਲੈਕਟਰ ਨੇ ਜਦੋਂ ਸਾਨੂੰ ਚਿੱਠੀ ਕੀਤੀ ਹੈ ਕਿ ਉਹ ਟਾਈਮ ਬਾਰਡ ਕਲੇਮ ਹੈ ਸਰਕਾਰ ਦਾ, ਜੋ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਈ ਉਹ ਮਾਣਯੋਗ ਨਹੀਂ ਹੈ। ਇਸ ਕਰਕੇ ਅਸੀਂ ਆਪਣਾ ਜਵਾਬ ਆਲਰੇਡੀ ਉੱਥੇ ਦਾਇਰ ਕਰ ਚੁੱਕੇ ਹਾਂ। ਮੇਗਾ ਸਿੰਘ ਤਾਂ ਕਹਿ ਰਹੇ ਸੀ ਕਿ ਜੇ 48 ਲੱਖ ਰੁਪਏ ਲੈਣ ਦੇਣ ਕਰਨਾ, ਉਹ ਅਸੀਂ ਸੈਟਿੰਗ ਕਰ ਲੈਂਦੇ। ਨਹੀਂ, ਸਾਡੀ ਇਹੀ ਜੀ ਕਿਸੇ ਨਾਲ ਕੋਈ ਸੈਟਿੰਗ ਦੀ ਗੱਲ ਨਹੀਂ ਹੋਈ, ਕਿਉਂਕਿ ਸਾਡੇ ਵੱਲ ਕੋਈ ਇਹੋ ਜਿਹਾ ਨਿਕਲਦਾ ਨਹੀਂ ਹੈ। ਅਸੀਂ ਉਹਦਾ ਆਪਣਾ ਜਵਾਬ ਆਲਰੇਡੀ ਉੱਥੇ ਜਿਹੜਾ ਹੈ ਕਲੈਕਟਰ ਨੂੰ ਦੇ ਚੁੱਕੇ ਹਾਂ ਕਚਹਿਰੀ। ਕੁਝ ਕਹਿਣਾ ਚਾਹੋਗੇ ਅਖੀਰ 'ਚ ਮੈਂ ਇੱਕ ਤੁਹਾਨੂੰ ਆ ਤਸਵੀਰਾਂ ਵੀ ਦਿਖਾਉਣਾ ਚਾਹੂੰਗਾ ਕਿ ਆ ਦੇਖੋ, ਮੌਕੇ ਤੇ ਜਿਹੜੀ ਹੈ ਸਾਡੀ ਜ਼ਮੀਨ ਦੇ ਸਾਹਮਣੇ ਲਿਆ ਕੇ ਜਦੋਂ ਮਸ਼ੀਨਾਂ ਖੜਾ ਦਿੱਤੀਆਂ ਗਈਆਂ, ਇਹ ਰੋਲਰ ਚੱਲ ਪਏ
ਤਾਂ ਅਸੀਂ ਆਪਣੀ ਸਾਡੇ ਜਿਹੜੇ ਪਿਲਰ ਲੱਗੇ ਹੋਏ ਸੀਗੇ ਉਹ ਟੇਢੇ ਕਰਤੇ ਗਏ, ਤਾਂ ਸਾਨੂੰ ਅਦਾਲਤ ਦਾ ਜਾ ਕੇ ਸਹਾਰਾ ਲੈਣਾ ਪਿਆ, ਤਾਂ ਕਿ ਸਾਡੀ ਜ਼ਮੀਨ ਤੇ ਕਿਤੇ ਮੇਗਾ ਸਿੰਘ ਵਰਗਿਆਂ ਦੀਆਂ ਗੱਲਾਂ 'ਚ ਆ ਕੇ ਕੋਈ ਸਰਕਾਰੀ ਤੰਤਰ ਹੈ ਕਿਤੇ ਕੋਈ ਗਲਤ ਫੈਸਲਾ ਨਾ ਲੈ ਲੇ, ਜਿਹਦੇ ਕਰਕੇ ਕਿ ਕਿਸੇ ਕੋਈ ਸਰਕਾਰੀ ਮੁਲਾਜ਼ਮ ਦਾ ਕਿਸੇ ਕਿਸਮ ਦਾ ਨੁਕਸਾਨ ਹੋ ਜਾਏ। ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਅਸੀਂ ਸਿਰਫ ਆਪਣੇ ਹੱਕ ਲਈ ਖੜੇ ਹਾਂ। ਸਾਡੀ ਜ਼ਮੀਨ ਹੈ, ਸਰਕਾਰ ਨੂੰ ਚਾਹੀਦੀ ਹੈ ਜੋ ਸਾਡਾ ਬਣਦਾ ਹੱਕ ਹੈ ਸਾਨੂੰ ਦੇ ਦੇਵੇ। ਜੋ ਉਹਨਾਂ ਦੀ ਪਾਲਿਸੀ, ਅਸੀਂ ਲੈਂਡ ਪੂਲਿੰਗ 'ਚ ਵੀ ਜਾਣ ਨੂੰ ਤਿਆਰ ਹਾਂ। ਜੇ ਉਹਨਾਂ ਨੇ ਮੁਆਵਜ਼ਾ ਦੇ ਕੇ ਉਹਨਾਂ ਨੂੰ ਲੋੜ ਹੋਊਗੀ ਤਾਂ ਸਰਕਾਰ ਨੋਟੀਫਿਕੇਸ਼ਨ ਕਰੇ, ਲੀਗਲ ਪ੍ਰੋਸੀਜਰ ਨਾਲ ਲੈ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਹਦੇ 'ਚ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਧੰਨਵਾਦ ਜੀ। ਤਾਂ ਵਕੀਲ ਸਾਹਿਬ ਦਾ ਕਹਿਣਾ ਹੈ ਕਿ ਸਾਡੀ ਜ਼ਮੀਨ ਹੈ, ਸਾਡੇ ਕੋਲ ਹਰ ਇੱਕ ਕਾਗਜ਼ ਹੈ। ਜੇ ਸਰਕਾਰ ਨੇ ਜ਼ਮੀਨ ਲੈਣੀ ਵੀ ਹੈ, ਸੜਕ ਬਣਾਉਣੀ ਵੀ ਹੈ ਤਾਂ ਸਹੀ ਤਰੀਕੇ ਦੇ ਨਾਲ ਲਵੇ ਔਰ ਸਾਡਾ ਬਣਦਾ ਹੱਕ ਸਾਨੂੰ ਮਿਲ ਜਾਵੇ। ਤਾਂ ਕੱਲੇ ਕਾਗਜ਼ਾਂ ਦੇ ਨਾਲ ਉਹਨਾਂ ਨੇ ਇਸ ਜ਼ਮੀਨ ਦੀ ਹਰ ਇੱਕ ਉਹ ਚੀਜ਼ ਦਿਖਾਈ। ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਰਜਿਸਟਰੀ ਅਸੀਂ ਕੋਈ ਘਰ ਬਹਿ ਕੇ ਥੋੜਾ ਕਰਾ ਲਈ, ਬਿਲਕੁਲ 1 ਨੰਬਰ ਦੇ ਨਾਲ ਰਜਿਸਟਰੀ ਹੋਈ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਜ਼ਮੀਨ ਨੂੰ ਲੈ ਕੇ ਹੁਣ ਕੀ ਅੱਗੇ ਵਿਵਾਦ ਖੜਾ ਹੋ ਸਕਦਾ, ਕਿਉਂਕਿ ਦੂਜੇ ਜਿਹੜੇ ਹੋਰ ਸੈਕਟਰਾਂ ਦੇ ਲੋਕ ਨੇ, ਜਿਹੜੇ 3 ਸੈਕਟਰਾਂ ਦੇ ਲੋਕ ਨੇ, ਉਹ ਕਹਿ ਰਹੇ ਨੇ ਕਿ ਸਾਨੂੰ ਖੱਜਲ ਖੁਆਰੀ ਹੋ ਰਹੀ ਹੈ, ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ, ਸਾਨੂੰ ਜਿਹੜੀ ਹੈ ਇਸ ਜ਼ਮੀਨ ਦਾ ਮਸਲਾ ਹੱਲ ਕਰਾਇਆ ਜਾਵੇ, ਇੱਥੇ ਸੜਕ ਬਣਾਈ ਜਾਵੇ। ਪਰ ਦੂਜੀ ਪਾਰਟੀ ਦਾ ਕਹਿਣਾ ਕਿ ਇਹ ਜ਼ਮੀਨ ਸਾਡੀ ਹੈ, ਸਾਡੇ ਕੋਲ ਕੱਲਾ ਕਾਗਜ਼ ਹੈ, ਇਹ ਜ਼ਮੀਨ ਲੈਣੀ ਹੈ ਤਾਂ ਲੈ ਲਓ, ਜਿਹੜਾ ਸਰਕਾਰ ਜਿਹੜਾ ਉਹ ਪੈਸੇ ਸਾਨੂੰ ਦੇ ਦੇਵੇ। ਤਾਂ ਇੱਕ ਪੱਖ ਹੋਰ ਰੱਖਣਾ ਚਾਹੁੰਦੇ ਵਕੀਲ ਸਾਹਿਬ, ਕੀ ਕਹਿਣਾ ਚਾਹੁੰਦੇ? ਜਿਵੇਂ ਤੁਸੀਂ ਕਿਹਾ ਕਿ ਜਿਹੜੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਕਹਿ ਰਹੇ ਆ ਜੀ, ਇਹ ਸਾਡਾ ਰਾਈਟ ਹੈ। 2019 ਤੋਂ ਮੇਰੇ ਕਲਾਇੰਟਸ ਨੇ ਜ਼ਮੀਨ ਖਰੀਦੀ ਹੈ, 4 ਸਾਲ ਦੇ ਕਰੀਬ ਹੋ ਗਏ ਨੇ। ਅੱਜ ਤੱਕ ਕਿਸੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਜਿਹੜਾ ਹੈ ਉਹ ਕਿਸੇ ਅਦਾਲਤ ਦੇ ਵਿੱਚ ਜਾ ਕੇ ਕਿਉਂ ਨਹੀਂ ਕੀਤਾ ਕਿ ਇਹ ਕੋਈ ਗਲਤ ਹੋਈ ਹੈ। ਸਿਰਫ ਪੁਲਿਸ ਅਫਸਰਾਂ ਦੇ ਉੱਤੇ ਦਬਾਅ ਬਣਾ ਕੇ ਜਾਂ ਸਰਕਾਰ ਨੂੰ ਇਹ ਕਹਿ ਦੇਣਾ ਕਿ ਇਹ ਧੱਕਾ ਕੀਤਾ ਜਾ ਰਿਹਾ। ਸਰਕਾਰ ਦਾ ਕੀਮਤੀ ਸਮਾਂ ਜਿਹੜਾ ਹੈ ਉਹ ਜ਼ਾਇਆ ਕੀਤਾ ਜਾ ਰਿਹਾ। ਸਰਕਾਰੀ ਅਫਸਰਾਂ ਨੂੰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਰਫ ਇਹ ਕਹਿ ਕੇ ਕਿ ਸਰਾਫ ਜੁਐਲਰ ਦੀ ਬਹੁਤ ਉੱਚੀ ਪਹੁੰਚ ਹੈ, ਜਦੋਂ ਕਿ ਉਹ ਬਹੁਤ ਹੀ, ਜੇ ਤੁਸੀਂ ਉਹਨਾਂ ਨੂੰ ਪਰਸਨਲੀ ਮਿਲੋ ਬੰਦਿਆਂ ਨੂੰ, ਤਾਂ ਮੇਰੇ ਖਿਆਲ ਇੰਨੇ ਡਾਊਨ ਟੂ ਅਰਥ ਬੰਦੇ ਨੇ ਕਿ ਜਿਹੜੇ ਆਪਣੇ ਕਾਰੋਬਾਰ ਤੋਂ ਬਿਨਾਂ, ਆਪਣੇ ਮੁਲਾਜ਼ਮਾਂ ਤੋਂ ਬਿਨਾਂ ਜਾਂ ਪਬਲਿਕ ਵੈਲਫੇਅਰ ਲਈ ਪ੍ਰੋਜੈਕਟ ਬਣਾਉਣ ਤੋਂ ਬਿਨਾਂ ਕਦੇ ਹੋਰ ਕਿਸੇ ਕੰਮ 'ਚ ਪਏ ਹੀ ਨਹੀਂ ਹੈਗੇ। ਉਹ ਸਿਰਫ ਆਪਣੇ ਕੰਮ ਤੱਕ ਸਰੋਕਾਰ ਰੱਖਦੇ ਨੇ। ਜੇ ਕਿਸੇ ਨੂੰ ਕੋਈ ਹੈ ਆ ਕੇ ਸਾਡੇ ਨਾਲ ਕਚਹਿਰੀ ਦੇ ਵਿੱਚ ਪਾਰਟੀ ਬਣੇ, ਸਾਡੇ ਕੇਸ ਦੇ ਵਿੱਚ ਆਪਣਾ ਪੱਖ ਉੱਥੇ ਰੱਖੇ, ਫਿਰ ਅਸੀਂ ਦੱਸਾਂਗੇ ਵੀ ਉਹ ਨੈਸੈਸਰੀ ਪਾਰਟੀ ਬਣਦੇ ਵੀ ਹੈ। ਆ ਕੇ ਕਚਹਿਰੀ 'ਚ ਸਾਡੇ ਨਾਲ 4 ਸਾਲ 'ਚ ਗੱਲ ਕਰੋ, ਕਿਉਂ ਨਹੀਂ ਕਰਦੇ? ਸਿਰਫ ਤੇ ਸਿਰਫ ਜਿਹੜਾ ਅਫਸਰਾਂ ਨੂੰ ਦਰਖਾਸਤਾਂ ਦੇਣ ਦਾ ਪਰਪਸ। ਇਲਜ਼ਾਮ ਵਕੀਲ ਸਾਹਿਬ ਇਹ ਲੱਗ ਜਾਂਦੇ ਆ ਕਿ ਵਕੀਲਾਂ ਕੋਲ ਹੱਥਕੰਡੇ ਬਹੁਤ ਹੁੰਦੇ ਨੇ, ਲੋਕ ਡਰਦੇ ਆ, ਘਬਰਾਉਂਦੇ ਆ ਕਚਹਿਰੀਆਂ 'ਚ ਜਾਣ ਲਈ। ਦੇਖੋ, ਜਿਹੜਾ ਵਕੀਲ ਆਦਮੀ ਹੈ ਉਹਨੇ ਕਾਨੂੰਨ ਦੀ ਪਰਿਭਾਸ਼ਾ ਹਰ ਇੱਕ ਬੰਦੇ ਨੂੰ ਔਰ ਕਚਹਿਰੀ ਦੇ ਵਿੱਚ ਉਸ ਤਰੀਕੇ ਨਾਲ ਰੱਖਣੀ ਹੈ, ਪਰ ਪੁਲਿਸ ਅਫਸਰਾਂ ਦੇ ਉੱਤੇ ਦਬਾਅ ਬਣਾ ਕੇ ਕਿਸੇ ਇੱਕ ਆਮ ਬੰਦੇ ਨੂੰ, ਵਪਾਰੀ ਆਦਮੀ ਨੂੰ ਡਰਾਉਣਾ, ਇਹ ਸਰਾਸਰ ਜਿਹੜਾ ਹੈ ਇੱਕ ਤਰ੍ਹਾਂ ਦਾ ਬਲੈਕਮੇਲਿੰਗ ਦਾ ਧੰਦਾ ਬਣਾ ਲਿਆ ਕਈ ਲੋਕਾਂ ਨੇ, ਕਿ ਉਹਨਾਂ ਨੂੰ ਇਹ ਹੁੰਦਾ ਵੀ ਆਮ ਆਦਮੀ ਪੁਲਿਸ ਕੋਲ ਜਾਣ ਤੋਂ ਡਰਦਾ ਬਹੁਤ ਹੈ। ਆਮ ਬੰਦੇ ਨੂੰ ਜੇ ਤੁਸੀਂ ਕਿਸੇ ਆਪਣੇ ਕਾਰੋਬਾਰ ਨੂੰ ਛੱਡ ਕੇ ਜਾ ਕੇ ਥਾਣੇ ਕਚਹਿਰੀ 'ਚ ਬੈਠਣਾ ਪੈ ਜਾਵੇ ਤਾਂ ਉਹਦੇ ਵਾਸਤੇ ਔਖਾ ਹੈ। ਸਾਨੂੰ ਕੁਛ ਨਾ ਕੁਛ ਦੇ ਜੂਗਾ, ਆਪਣਾ ਖਹਿੜਾ ਛਡਾ ਲੂ, ਅਸੀਂ ਚੁੱਪ ਕਰ ਜਾਂਦੇ, ਫਿਰ ਦੂਜਾ ਬੰਦਾ ਖੜਾ ਕਰ ਦਿਓ। ਸੋ ਇਹ ਜਿਹੜਾ ਟੋਲਾ ਬਣਿਆ ਹੋਇਆ ਬਲੈਕਮੇਲਰਸ ਦਾ, ਜਿਹੜੇ ਕਿ ਅੱਜ ਕੱਲ੍ਹ 2 ਤਰ੍ਹਾਂ ਦੇ ਐਕਸਟੋਰਸ਼ਨ ਚੱਲੇ ਆ, ਕਿਸੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਓ ਜਾਂ ਅਗਲੇ ਦੇ ਕਾਰੋਬਾਰ 'ਤੇ ਹਮਲਾ ਕਰ ਦਿਓ। ਸੋ ਅਸੀਂ ਜਿਹੜਾ ਉਸ ਚੀਜ਼ ਨੂੰ ਠੱਲ ਪਾਉਣ ਲਈ ਖੜੇ ਹਾਂ। ਕਾਨੂੰਨ ਦੀ ਉਲੰਘਣਾ ਨਾ ਕਿਸੇ ਨੂੰ ਕਰਨ ਦੇਣੀ ਹੈ ਤੇ ਨਾ ਅਸੀਂ ਆਪ ਕਰਨੀ ਹੈ। ਧੰਨਵਾਦ। ਤਾਂ ਵਕੀਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਚਹਿਰੀ ਦੇ ਵਿੱਚ ਖੜੇ ਹਾਂ, ਜੇਕਰ ਕਿਸੇ ਨੂੰ ਕੋਈ ਦਿੱਕਤ ਆ ਅਦਾਲਤ ਦੇ ਵਿੱਚ ਆ ਕੇ ਗੱਲ ਕਰੇ। ਔਰ ਇਹਨਾਂ ਦਾ ਇੱਕ ਹੋਰ ਪੱਖ ਵੀ ਹੈ ਕਿ ਜਿਨ੍ਹਾਂ ਨੇ ਇਸ ਖਬਰਾਂ ਰਾਹੀਂ ਇਸ ਪਲਾਟ ਨੂੰ 2 ਨੰਬਰੀ ਦੱਸਿਆ ਸੀ, ਉਹਨਾਂ ਤੇ ਵੀ ਡੈਫੇਮੇਸ਼ਨ ਦਾ ਕੇਸ ਕਰਾਂਗੇ। ਵੇਖਣਾ ਹੋਵੇਗਾ ਕਿ ਅੱਗੇ ਇਸ ਸਾਰੇ ਕੇਸ ਨੂੰ ਲੈ ਕੇ ਕੀ ਕੁਝ ਸਾਹਮਣੇ ਆਵੇਗਾ। ਕੈਮਰਾਮੈਨ ਗੁਰਸਾਹਿਬ ਦੇ ਨਾਲ ਪ੍ਰਿੰਸ ਸੁਨੀਆਲ, ਮੋਹਾਲੀ, ਪ੍ਰੋ ਪੰਜਾਬ।